ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡਿੰਡਾਉਤ ਵੰਦਨ ਅਨੇਕ ਵਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿੰਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਸੋ ਆਓ ਗੁਰੂ ਪਿਆਰਿਓ, ਰਲ ਮਿਲ ਕੇ ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਜਿਨ੍ਹਾਂ ਵਚਨਾਂ ਦੇ ਨਾਲ ਅੱਜ ਆਪਾਂ ਸਾਂਝ ਪਾਵਾਂਗੇ, ਉਹ ਵਚਨ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ, ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਤੇ ਅੱਜ ਦੀ ਇਹਨਾਂ ਵਚਨਾਂ ਦੇ ਨਾਲ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ, ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਨ ਕਾ ਸੂਤਕ ਦੂਜਾ ਭਾਉ, ਭਰਮੇ ਭੁੱਲੇ ਆਵੋ ਜਾਓ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਮਨ ਕਾ ਸੂਤਕ ਦੂਜਾ ਭਾਉ, ਭਰਮੇ ਭੁੱਲੇ ਆਵੋ ਜਾਓ। ਸੂਤਕ ਦਾ ਭਾਵ ਹੁੰਦਾ ਹੈ ਸਤ ਸੰਗਤ ਜੀ, ਕਿਸੇ ਬਾਲਕ ਦੇ ਜਨਮ ਦੇ ਨਾਲ ਕਿਸੇ ਘਰ ਦੇ ਵਿੱਚ ਪੈਦਾ ਹੋਈ ਅਪਵਿੱਤਰਤਾ, ਉਹਨੂੰ ਕਹਿੰਦੇ ਨੇ ਸੂਤਕ। ਭਾਵ ਦਾ ਭਾਵ ਹੁੰਦਾ ਹੈ ਪਿਆਰ। ਦੂਜਾ ਭਾਵ ਦਾ ਭਾਵ ਹੁੰਦਾ ਹੈ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਦੇ ਨਾਲ ਪਾਇਆ ਹੋਇਆ ਪਿਆਰ। ਆਵੋ ਜਾਓ ਦਾ ਭਾਵ ਹੁੰਦਾ ਹੈ ਜਨਮ ਮਰਨ ਦਾ ਗੇੜ। ਮਨ ਕਾ ਸੂਤਕ ਦੂਜਾ ਭਾਉ, ਭਰਮੇ ਭੁੱਲੇ ਆਵੋ ਜਾਓ। ਸਭ ਦੀ ਸ਼ੁਰੂਆਤ ਗੁਰੂ ਪਾਤਸ਼ਾਹ ਕਰਦੇ ਨੇ। ਇਸ ਸ਼ਬਦ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਨੇ, ਪਾਤਸ਼ਾਹ ਕਹਿੰਦੇ ਮਨਮੁਖ ਸੂਤਕ ਕਬ ਹੈ ਨਾ ਜਾਏ, ਜਿਚਰ ਸ਼ਬਦ ਨਾ ਭੀਜੈ ਹਰ ਕੈ ਨਾਏ ਰਹਾਉ। ਮਨਮੁਖ ਦਾ ਭਾਵ ਹੁੰਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਸ਼ਬਦ ਦਾ ਭਾਵ ਹੁੰਦਾ ਸ਼ਬਦ ਦੇ ਵਿੱਚ
ਭੀਜੈ ਦਾ ਭਾਵ ਹੁੰਦਾ ਹੈ ਭਿੱਜਦਾ ਹੈ, ਪਤੀਜਦਾ ਹੈ। ਨਾਏ ਦਾ ਭਾਵ ਹੁੰਦਾ ਹੈ ਨਾਮ ਦੇ ਵਿੱਚ। ਸਤਿਗੁਰੂ ਕਹਿੰਦੇ ਮਨਮੁਖ ਸੂਤਕ ਕਬ ਹੈ ਨਾ ਜਾਏ, ਜੇਚਰ ਸ਼ਬਦ ਨਾ ਭੀਜੈ ਹਰ ਕਹਿ ਨਾਏ। ਸਤਿਗੁਰੂ ਕਹਿੰਦੇ ਹੇ ਭਾਈ, ਜਿਤਨਾ ਚਿਰ ਮਨੁੱਖ ਗੁਰੂ ਦੇ ਸ਼ਬਦ ਵਿੱਚ ਨਹੀਂ ਪਤੀਜਦਾ, ਪਰਮਾਤਮਾ ਦੇ ਨਾਮ ਦੇ ਵਿੱਚ ਨਹੀਂ ਜੁੜਦਾ, ਜਿਤਨਾ ਚਿਰ ਮਨੁੱਖ ਗੁਰੂ ਦੇ ਸ਼ਬਦ ਵਿੱਚ ਨਹੀਂ ਪਤੀਜਦਾ, ਨਹੀਂ ਭਿੱਜਦਾ, ਜਿੰਨਾ ਚਿਰ ਪਰਮਾਤਮਾ ਦੀ ਨਾਮ ਦੇ ਵਿੱਚ ਜਿੰਨਾ ਚਿਰ ਨਹੀਂ ਜੁੜਦਾ ਮਨੁੱਖ, ਉਹਨਾਂ ਚਿਰ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਮਨ ਤੇ ਪ੍ਰਭਾਵ ਪਿਆ ਰਹਿੰਦਾ ਉਸ ਮਨੁੱਖ ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਅਪਵਿੱਤਰਤਾ ਕਦੇ ਦੂਰ ਨਹੀਂ ਹੁੰਦੀ। ਜਿਹੜੀ ਪਵਿੱਤਰਤਾ, ਜਿਹੜਾ ਸੂਤਕ ਹੈ, ਜਿਹੜਾ ਮਨੁੱਖ ਆਪਣੇ ਮਨ ਦੀ ਮਰਜ਼ੀ ਕਰਦਾ ਹੈ ਤੇ ਮਨ ਦੀ ਮਰਜ਼ੀ ਕਰਨ ਵਾਲੇ ਮਨੁੱਖ ਦੇ ਮਨ ਦੀ ਅਪਵਿੱਤਰਤਾ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਕਦੇ ਵੀ ਦੂਰ ਨਹੀਂ ਹੁੰਦੀ। ਤੇ ਆਸਾ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਵਚਨ ਨੇ। ਆਸਾ ਰਾਗ ਦੇ ਵਿੱਚ, ਆਸਾ ਦੀ ਵਾਰ ਦੇ ਵਿੱਚ ਪੜ੍ਹਦੇ ਸੁਣਦੇ ਆ ਨਾ ਕਿ ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ। ਸਤਿਗੁਰੂ ਕਹਿੰਦੇ ਜੇ ਸੂਤਕ ਨੂੰ ਮੰਨ ਲਈਏ, ਅਪਵਿੱਤਰਤਾ ਨੂੰ ਮੰਨ ਲਈਏ, ਭਾਵ ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ, ਸਤਿਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਦੂਰ ਕਰ ਰਹੇ ਨੇ। ਜੇ ਸੂਤਕ ਨੂੰ ਮੰਨ ਲਈਏ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਭਾਵ ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ, ਤਾਂ ਸਤਿਗੁਰੂ ਕਹਿੰਦੇ ਇਹ ਵੀ ਚੇਤਾ ਰੱਖੋ ਕਿ ਇਸ ਤਰ੍ਹਾਂ ਸੂਤਕ ਸਭ ਥਾਂ ਹੀ ਹੁੰਦਾ। ਫਿਰ ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ, ਗੋਹੇ ਦੇ ਵਿੱਚ, ਲੱਕੜੀ ਦੇ ਅੰਦਰ ਵੀ ਕੀੜੇ ਪੈਦਾ ਹੁੰਦੇ ਨੇ। ਲੱਕੜੀ ਦੇ ਵਿੱਚ ਵੀ ਹੁੰਦੇ ਆ ਨਾ, ਤੇ ਗੋਹੇ ਦੇ ਵਿੱਚ ਵੀ ਉਹ ਜੀਵ ਜੰਮਦੇ ਮਰਦੇ ਰਹਿੰਦੇ ਨੇ। ਪਾਤਸ਼ਾਹ ਕਹਿੰਦੇ ਜੇਤੇ ਦਾਣੇ ਅੰਨ ਕੀ ਜੀਆ ਵਚ ਨ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਆਸਾ ਰਾਗ ਦੇ ਵਿੱਚ ਵਚਨ ਨੇ। ਸਤਿਗੁਰੂ ਕਹਿੰਦੇ ਅੰਨ ਦੇ ਜਿਤਨੇ ਵੀ ਦਾਣੇ ਨੇ, ਅਸੀਂ ਜਿਹੜਾ ਭੋਜਨ ਛਕਦੇ ਹਾਂ ਨਾ, ਅੰਨ ਦੇ ਜਿਤਨੇ ਵੀ ਦਾਣੇ ਨੇ, ਇਹਨਾਂ ਵਿੱਚੋਂ ਕੋਈ ਦਾਣਾ ਵੀ ਜੀਵ ਤੋਂ ਬਿਨਾਂ ਨਹੀਂ, ਇਹਨਾਂ ਦੇ ਵਿੱਚ ਵੀ ਜੀਵ ਨੇ, ਅੰਨ ਦੇ ਵਿੱਚ ਵੀ। ਫਿਰ ਪਾਣੀ ਦੀ ਗੱਲ ਲੈ ਲਓ। ਪਾਤਸ਼ਾਹ ਕਹਿੰਦੇ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਪਾਣੀ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆਪ ਜੀਵ ਹੈ, ਪਾਣੀ ਵੀ ਜੀਵ ਹੈ, ਕਿਉਂਕਿ ਇਸ ਦੇ ਨਾਲ ਹਰੇਕ ਜੀਵ ਹਰਾ ਭਾਵ ਜਿੰਦ ਵਾਲਾ ਹੁੰਦਾ ਹੈ। ਪਾਣੀ ਦੇ ਨਾਲ ਜੀਵ ਬਚਦਾ ਹੈ। ਤੇ ਸਤਿਗੁਰੂ ਕਹਿੰਦੇ ਸੂਤਕ ਕਿਉਂ ਕਰ ਰੱਖੀਐ, ਸੂਤਕ ਪਵੈ ਰਸੋਏ, ਨਾਨਕ ਸੂਤਕ ਏ ਬਨਾ ਉਤਰੈ, ਗਿਆਨ ਉਤਾਰੈ ਧੋਏ। ਤੇ ਸਤਿਗੁਰੂ ਕਹਿੰਦੇ ਸੂਤਕ ਰੱਖੀਏ ਕਿਵੇਂ, ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ। ਭਾਵ ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਿਨ ਹੈ, ਕਿਉਂਕਿ ਇਸ ਤਰ੍ਹਾਂ ਦਾ ਹਰ ਵੇਲੇ ਹੀ
ਰਸੋਈ ਦੇ ਵਿੱਚ ਵੀ ਸੂਤਕ ਪਿਆ ਰਹਿੰਦਾ ਹੈ। ਨਾਨਕ ਸੂਤਕ ਏਬ ਨਾ ਉਤਰੈ, ਗਿਆਨ ਉਤਾਰੈ ਧੋਏ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਹੀ ਨਾਨਕ ਇਸ ਤਰ੍ਹਾਂ ਭਾਵ ਭਰਮਾਂ ਦੇ ਵਿੱਚ ਪਿਆ ਸੂਤਕ ਮਨ ਤੋਂ ਨਹੀਂ ਉਤਰਦਾ, ਇਸ ਨੂੰ ਪਰਮੇਸ਼ਰ ਦਾ ਗਿਆਨ ਹੀ ਧੋ ਕੇ ਲਾ ਸਕਦਾ। ਜਿਹੜੇ ਵਹਿਮ ਭਰਮ ਨੇ, ਜਿਹੜੇ ਸੂਤਕ ਦੇ ਅਪਵਿੱਤਰਤਾ ਦੇ ਜਿਹੜੇ ਭਰਮ ਨੇ, ਇਹਨਾਂ ਨੂੰ ਜੇ ਗੁਰੂ ਦੇ ਸ਼ਬਦ ਵਿਚੋੜੀਏ, ਗੁਰੂ ਦੇ ਗਿਆਨ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਲੈ ਕੇ ਆਈਏ, ਤਾਂ ਹੀ ਇਹ ਅਪਵਿੱਤਰਤਾ ਦੂਰ ਹੋ ਸਕਦੀ ਹੈ। ਪਾਤਸ਼ਾਹ ਕਹਿੰਦੇ, ਮਨ ਮੁਖ ਸੂਤਕ ਕਬੇ ਨਾ ਜਾਏ, ਜੇਚਰ ਸ਼ਬਦ ਨਾ ਭੀਜੈ ਹਰ ਕੈ ਨਾਏ। ਹੇ ਭਾਈ, ਜਿਤਨਾ ਚਿਰ ਮਨੁੱਖਾ ਗੁਰੂ ਦੇ ਸ਼ਬਦ ਵਿੱਚ ਨਹੀਂ ਪਤੀਜਦਾ, ਜਿਤਨਾ ਚਿਰ ਮਨੁੱਖਾ ਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦਾ, ਪਰਮਾਤਮਾ ਦੇ ਨਾਮ ਦੇ ਵਿੱਚ ਨਹੀਂ ਜੁੜਦਾ, ਉਤਨਾ ਚਿਰ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਅਪਵਿੱਤਰਤਾ ਕਦੇ ਵੀ ਦੂਰ ਨਹੀਂ ਹੁੰਦੀ। ਤੇ ਸਤਿਗੁਰੂ ਸਭ ਦੀ ਸ਼ੁਰੂਆਤ ਇਹਨਾਂ ਵਚਨਾਂ ਦੇ ਨਾਲ ਕਰਦੇ ਨੇ ਕਿ ਮਨ ਕਾ ਸੂਤਕ ਦੂਜਾ ਭਾਉ, ਭਰਮੀ ਭੁੱਲੇ ਆਵੋ ਜਾਓ। ਸਤਿਗੁਰੂ ਕਹਿੰਦੇ, ਹੀ ਭਾਈ, ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਦੇ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿੱਤਰਤਾ ਦਾ ਕਾਰਨ ਬਣਦਾ ਹੈ। ਅਪਵਿੱਤਰਤਾ ਕਦੋਂ ਪੈਦਾ ਹੁੰਦੀ ਹੈ? ਜਦੋਂ ਮਨੁੱਖ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ, ਪਰਮਾਤਮਾ ਨੂੰ ਭੁੱਲ ਜਾਂਦਾ। ਜਦੋਂ ਮਨੁੱਖ ਤੇ ਪਰਮਾਤਮਾ ਨੂੰ ਭੁਲਾ ਕੇ ਪਰਮਾਤਮਾ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਜਦੋਂ ਇਹਦੀ ਮੁਹੱਬਤ ਬਣ ਜਾਂਦੀ ਹੈ, ਜਦੋਂ ਇਹਦਾ ਪਿਆਰ ਉਹਨਾਂ ਵਸਤੂਆਂ ਦੇ ਨਾਲ ਵੱਧ ਜਾਂਦਾ ਹੈ, ਵਸਤੂਆਂ ਦੇਣ ਵਾਲਾ ਜਦੋਂ ਪਰਮਾਤਮਾ ਇਸ ਮਨੁੱਖ ਨੂੰ ਭੁੱਲ ਜਾਂਦਾ ਹੈ ਤੇ ਪਰਮਾਤਮਾ ਨੂੰ ਵਿਸਾਰ ਕੇ ਮਾਇਆ ਆਦਿਕ ਹੋਰ ਦੇ ਨਾਲ ਜਦੋਂ ਮਨੁੱਖ ਜੁੜਦਾ ਹੈ ਤੇ ਮਾਇਆ ਦੇ ਮਨ ਦੀ ਜਿਹਦੀ ਮਨੁੱਖ ਦੇ ਮਨ ਦੀ ਜਦੋਂ ਅਪਵਿੱਤਰਤਾ ਹੈ, ਸਭ ਤੋਂ ਵੱਡਾ ਕਾਰਨ ਇਹੀ ਬਣਦਾ ਵੀ ਇਹ ਮਨੁੱਖ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਇਸ ਅਪਵਿੱਤਰਤਾ ਦੇ ਕਾਰਨ ਮਾਇਆ ਦੀ ਭਟਕਣਾ ਵਿੱਚ ਕੁਰਾਹੇ ਪਏ ਹੋਏ ਮਨੁੱਖ ਨੂੰ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ, ਜਿਹੜਾ ਭਟਕਣਾ ਦੇ ਵਿੱਚ ਪੈ ਗਿਆ। ਅੱਗੇ ਸਤਿਗੁਰੂ ਅਮਰਦਾਸ ਮਹਾਰਾਜ ਫਿਰ ਬਖਸ਼ੇ ਕਰਦੇ ਨੇ, ਪਾਤਸ਼ਾਹ ਕਹਿੰਦੀ, ਸਭੋ ਸੂਤਕ ਜੇਤਾ ਮੋਹ ਆਕਾਰ, ਮਰ ਜੰਮੇ ਬਾਰੋ ਬਾਰ। ਸਤਿਗੁਰੂ ਅਮਰਦਾਸ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ, ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਲਈ ਇਹ ਜਿਤਨਾ ਹੀ ਜਗਤ ਹੈ, ਜਿਤਨਾ ਹੀ ਜਗਤ ਦਾ ਮੋਹ ਹੈ, ਇਹ ਸਾਰਾ ਅਪਵਿੱਤਰਤਾ ਦਾ ਮੂਲ ਹੈ। ਅਪਵਿੱਤਰਤਾ ਦਾ ਇਹ ਸਭ ਕੁਝ ਮੂਲ ਹੈ। ਉਹ ਮਨੁੱਖ ਇਸ ਆਤਮਿਕ ਮੌਤ ਦੇ ਵਿੱਚ ਮਰ ਕੇ ਮੁੜ ਜੰਮਦਾ ਰਹਿੰਦਾ ਹੈ, ਜਿਹੜਾ ਪਰਮਾਤਮਾ ਨੂੰ ਵਿਸਾਰ ਕੇ ਹੋਰ ਵਸਤੂਆਂ ਦੇ ਨਾਲ ਜਿਹਦਾ ਪਿਆਰ ਬਣ ਜਾਂਦਾ, ਜਿਹਦੀ ਮੁਹੱਬਤ ਬਣ ਜਾਂਦੀ ਹੈ। ਤੇ ਅੱਗੇ ਸਤਿਗੁਰੂ ਫਿਰ ਬਖਸ਼ੇ ਕਰਦੇ ਨੇ, ਪਾਤਸ਼ਾਹ ਕਹਿੰਦੀ, ਸੂਤਕ ਅਗਨ ਪਾਉਣਾ ਪਾਣੀ ਮਾਹੀ, ਸੂਤਕ ਭੋਜਨ ਜੇਤਾ ਕਿਸ ਖਾਈ। ਮਾਹੀ ਦਾ ਭਾਵ ਹੁੰਦਾ ਵਿੱਚ, ਜੇਤਾ ਕਿਸ ਦਾ ਭਾਵ ਹੁੰਦਾ ਜਿਤਨਾ ਕੁਝ। ਸਤਿਗੁਰੂ ਅਮਰਦਾਸ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਕਹਿੰਦੇ, ਜਿਹੜੇ ਮਨਮੁਖ ਨੇ ਨਾ, ਜਿਹੜੇ ਆਪਣੀ ਮਰਜ਼ੀ ਦੇ ਨਾਲ ਤੁਰਦੇ ਨੇ, ਆਪਣੀ ਮਰਜ਼ੀ ਦੇ ਨਾਲ ਜਿਹੜੇ ਕਾਰਜ ਕਰਦੇ ਰਹਿੰਦੇ ਨੇ,
ਤੇ ਮਨਮੁਖਾਂ ਵਾਸਤੇ ਸਤਿਗੁਰੂ ਕਹਿੰਦੇ ਅੱਗ ਦੇ ਵਿੱਚ, ਹਵਾ ਦੇ ਵਿੱਚ, ਪਾਣੀ ਦੇ ਵਿੱਚ ਵੀ ਅਪਵਿੱਤਰਤਾ ਹੈ, ਇਹ ਵੀ ਸ਼ੁੱਧ ਨਹੀਂ। ਕਹਿੰਦੇ ਮਨਮੁਖਾਂ ਵਾਸਤੇ ਜਿਤਨਾ ਕੁਝ ਭੋਜਨ ਆਦਿਕ ਉਹ ਖਾਂਦੇ ਨੇ, ਉਹ ਵੀ ਉਹਨਾਂ ਦੇ ਮਨ ਵਾਸਤੇ ਅਪਵਿੱਤਰਤਾ ਦਾ ਕਾਰਨ ਹੀ ਬਣਦਾ ਹੈ। ਸੁਣੋ ਅਗਲੇ ਵਚਨ, ਪਾਤਸ਼ਾਹ ਕਹਿੰਦੇ ਸੂਤਕ ਕਰਮ ਨਾ ਪੂਜਾ ਹੋਏ, ਨਾਮ ਰਤੇ ਮਨ ਨਿਰਮਲ ਹੋਏ। ਨਾਮ ਦਾ ਭਾਵ ਉਹਦਾ ਨਾਮ ਦੇ ਵਿੱਚ, ਸੂਤਕ ਦਾ ਭਾਵ ਹੁੰਦਾ ਹੈ ਅਪਵਿੱਤਰਤਾ। ਸਤਿਗੁਰੂ ਕਹਿੰਦੇ ਹੇ ਭਾਈ, ਸੂਤਕ ਦੇ ਭਰਮ ਦੇ ਵਿੱਚ ਗਰਸੇ ਹੋਏ ਮਨ ਨੂੰ ਕੋਈ ਕਰਮ ਕਾਂਡ ਪਵਿੱਤਰ ਨਹੀਂ ਕਰ ਸਕਦਾ। ਵਚਨ ਰਿਪੀਟ ਕਰ ਦਈਏ, ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਜਾਂਦਾ ਹੈ, ਵਹਿਮਾਂ ਭਰਮਾਂ ਦੇ ਵਿੱਚ ਪੈ ਕੇ ਕਰਮ ਕਾਂਡ ਕਰਦਾ ਰਹਿੰਦਾ ਹੈ, ਹੇ ਭਾਈ ਸੂਤਕ ਦੇ ਭਰਮ ਵਿੱਚ ਗਰਸੇ ਹੋਏ ਮਨ ਨੂੰ ਕੋਈ ਵੀ ਕਰਮ ਕਾਂਡ ਪਵਿੱਤਰ ਨਹੀਂ ਕਰ ਸਕਦਾ। ਕੋਈ ਦੇਵ ਪੂਜਾ ਪਵਿੱਤਰ ਨਹੀਂ ਕਰ ਸਕਦੀ। ਪਰਮਾਤਮਾ ਦੇ ਨਾਮ ਵਿੱਚ ਰੰਗੇ ਰੰਗੇ ਹੀ ਮਨੁੱਖ ਦਾ ਮਨ ਪਵਿੱਤਰ ਹੋ ਸਕਦਾ ਹੈ, ਮਨੁੱਖ ਦਾ ਸਰੀਰ ਪਵਿੱਤਰ ਹੋ ਸਕਦਾ, ਨਿਰਮਲ ਹੋ ਸਕਦਾ ਹੈ, ਜੇ ਮਨੁੱਖ ਪਰਮਾਤਮਾ ਦੀ ਨਾਮ ਦੇ ਵਿੱਚ ਰੰਗਿਆ ਜਾਵੇ, ਪਰਮਾਤਮਾ ਦੀ ਬੰਦਗੀ ਵਿੱਚ ਜੇ ਜੁੜ ਜਾਵੇ ਮਨੁੱਖ, ਪਰਮਾਤਮਾ ਦੀ ਬੰਦਗੀ ਵਿੱਚ ਜੁੜਨ ਵਾਲਾ, ਪਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਜਾਣ ਵਾਲਾ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹਦਾ ਸਰੀਰ ਪਵਿੱਤਰ ਹੋ ਜਾਂਦਾ ਹੈ। ਅੱਗੇ ਸਤਿਗੁਰੂ ਫਿਰ ਬਖਸ਼ ਕਰਦੇ ਨੇ, ਪਾਤਸ਼ਾਹ ਕਹਿੰਦੇ ਸਤਿਗੁਰ ਸੇਵਿਆ ਸੂਤਕ ਜਾਏ, ਸਤਿਗੁਰ ਸੇਵਿਆ ਸੂਤਕ ਜਾਵੇ, ਮਰੈ ਨਾ ਜਨਮੈ ਕਾਲ ਨਾ ਖਾਏ। ਸਤਿਗੁਰੂ ਅਮਰਦਾਸ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ ਕਰਦੇ ਨੇ। ਸਤਿਗੁਰੂ ਕਹਿੰਦੇ ਹੇ ਭਾਈ, ਜੇ ਸਤਿਗੁਰੂ ਦਾ ਆਸਰਾ ਲਿਆ ਜਾਵੇ, ਇਹਨਾਂ ਵਹਿਮਾਂ ਭਰਮਾਂ ਨੂੰ, ਸੂਤਕਾਂ ਨੂੰ ਇੱਕ ਸਾਈਡ ਤੇ ਕਰਕੇ ਸਤਿਗੁਰੂ ਦਾ ਆਸਰਾ ਲਿਆ ਜਾਵੇ ਤਾਂ ਮਨ ਦੀ ਅਪਵਿੱਤਰਤਾ, ਵਹਿਮ ਭਰਮ, ਸੂਤਕਾ, ਇਹ ਸਭ ਕੁਝ ਦੂਰ ਹੋ ਜਾਂਦੇ ਨੇ। ਜੇ ਸਤਿਗੁਰੂ ਦਾ ਆਸਰਾ ਲੈ ਲਈਏ, ਗੁਰੂ ਦੀ ਸ਼ਰਨ ਰਹਿਣ ਵਾਲਾ ਮਨੁੱਖ ਨਾ ਤਾਂ ਮਰਦਾ, ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ, ਤੇ ਨਾ ਹੀ ਜੰਮਦਾ, ਨਾ ਉਸਨੂੰ ਆਤਮਕ ਮੌਤ ਖਾਂਦੀ ਹੈ। ਜਿਹੜਾ ਗੁਰੂ ਦਾ ਆਸਰਾ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਂਦਾ ਹੈ ਨਾ, ਆਪਣੇ ਮਨ ਨੂੰ, ਆਪਣੇ ਸਰੀਰ ਨੂੰ ਪਵਿੱਤਰ ਕਰ ਲੈਂਦਾ ਹੈ, ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ, ਆਤਮਕ ਮੌਤ ਉਹਨੂੰ ਪੋ ਨਹੀਂ ਸਕਦੀ। ਅੱਗੇ ਸਤਿਗੁਰੂ ਫਿਰ ਬਖਸ਼ ਕਰਦੇ ਨੇ, ਪਾਤਸ਼ਾਹ ਕਹਿੰਦੇ ਸਾਥ ਸਿਮਰਤਾ ਸੋਧ ਦੇਖੋ ਕੋਏ, ਬਿਨ ਨਾਵੈ ਕੋ ਮੁਕਤ ਨਾ ਹੋਈ। ਸਤਿਗੁਰੂ ਅਮਰਦਾਸ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਭਾਈ, ਬੇਸ਼ੱਕ ਕੋਈ ਧਿਰ ਸਿਮਰਤੀਆਂ ਸ਼ਾਸਤਰਾਂ ਨੂੰ ਵੀ ਵਿਚਾਰ ਕੇ ਦੇਖ ਲਵੇ, ਬੇਸ਼ੱਕ ਕੋਈ ਵੀ ਧਿਰ ਸਿਮਰਤ ਸ਼ਾਸਤਰਾਂ ਨੂੰ ਵੀ ਵਿਚਾਰ ਕੇ ਦੇਖ ਲਵੇ, ਉਹਨਾਂ ਦੀ ਵਿਚਾਰ ਦਾ ਇੱਕੋ ਹੀ ਨਿਚੋੜ ਨਿਕਲੂਗਾ। ਵਿਚਾਰ ਕਰਕੇ ਮਨੁੱਖ ਇਸ ਸਿੱਟੇ ਤੇ ਪਹੁੰਚਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਮਨੁੱਖ ਮਾਨਸਿਕ ਅਪਵਿੱਤਰਤਾ ਤੋਂ ਖੁਲਾਸੀ ਨਹੀਂ ਪਾ ਸਕਦਾ। ਜੇ ਵਹਿਮਾਂ ਭਰਮਾਂ ਵਿੱਚੋਂ ਨਿਕਲ ਸਕਦਾ ਤਾਂ ਉਹ ਮਨੁੱਖ ਨਿਕਲ ਸਕਦਾ ਜਿਹੜਾ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਹੋਇਆ ਹੈ। ਅੱਗੇ ਸਤਿਗੁਰੂ ਫਿਰ ਬਖਸ਼ ਕਰਦੇ ਨੇ, ਪਾਤਸ਼ਾਹ ਕਹਿੰਦੇ ਜੁਗ ਚਾਰੇ ਨਾਮ ਉਤਮ ਸ਼ਬਦ ਵਿਚਾਰ,
ਤਲ ਮੈਂ ਗੁਰਮੁਖ ਉਤਰਸ ਪਾਰ। ਯੁਗ ਉਚਾਰਨ ਦਾ ਭਾਵ ਹੁੰਦਾ ਚੌਹਾਂ ਯੁਗਾਂ ਦੇ ਵਿੱਚ ਸਦਾ ਹੀ। ਸ਼ਬਦ ਵਿਚਾਰ ਦਾ ਭਾਵ ਹੁੰਦਾ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ, ਗੁਰੂ ਦੇ ਸ਼ਬਦ ਵਿੱਚ ਜੁੜ ਕੇ। ਕਲਮੇ ਦਾ ਭਾਵ ਹੁੰਦਾ ਇਸ ਸਮੇਂ ਵੀ। ਗੁਰਮੁਖ ਦਾ ਭਾਵ ਹੁੰਦਾ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ। ਸਤਿਗੁਰੂ ਅਮਰਦਾਸ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੀ ਹੈ ਭਾਈ ਚੌਹਾਂ ਹੀ ਯੁੱਗਾਂ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪ ਕੇ ਮਨੁੱਖ ਉੱਤਮ ਬਣ ਸਕਦਾ ਹੈ, ਪਵਿੱਤਰ ਬਣ ਸਕਦਾ ਹੈ ਉਹ ਮਨੁੱਖ। ਚੌਹਾਂ ਹੀ ਯੁੱਗਾਂ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪ ਕੇ ਹੀ ਮਨੁੱਖ ਉੱਤਮ ਬਣ ਸਕਦਾ ਹੈ। ਤੇ ਇਸ ਯੁੱਗ ਦੇ ਵਿੱਚ ਵੀ ਜਿਸ ਨੂੰ ਕਲਯੁੱਗ ਵੀ ਕਿਹਾ ਜਾ ਸਕਦਾ ਹੈ, ਇਸ ਕਲਯੁੱਗ ਦੇ ਵਿੱਚ ਵੀ ਉਹੀ ਮਨੁੱਖ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਜਿਹੜਾ ਮਨੁੱਖ ਗੁਰੂ ਵਾਲਾ ਬਣਿਆ ਹੋਇਆ। ਕਲਯੁੱਗ ਦੇ ਵਿੱਚ ਵੀ, ਇਸ ਕਲਯੁੱਗ ਦੇ ਵਿੱਚ ਵੀ ਉਹੀ ਮਨੁੱਖ ਪਾਰ ਲੰਘ ਸਕਦਾ ਹੈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਹੋਇਆ, ਜਿਹੜਾ ਮਨੁੱਖ ਗੁਰੂ ਵਾਲਾ ਬਣਿਆ ਹੋਇਆ। ਤੇ ਸਤਿਗੁਰੂ ਅੱਗੇ ਫਿਰ ਬਖਸ਼ਿਸ਼ ਕਰਦੇ ਨੇ ਕਿ ਸਾਚਾ ਮਰੈ ਨਾ ਆਵੈ ਜਾਈ, ਨਾਨਕ ਗੁਰਮੁਖ ਰਹਿ ਸਮਾਈ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੀ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿੱਚ ਸਦਾ ਲੀਨ ਰਹਿੰਦਾ ਹੈ। ਹੀ ਨਾਨਕ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿੱਚ ਸਦਾ ਲੀਨ ਰਹਿੰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਕਦੇ ਨਾ ਜੰਮਦਾ ਨਾ ਕਦੇ ਮਰਦਾ। ਇਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿੱਤਰਤਾ, ਕੋਈ ਕਰਮਕਾਂਡ, ਕੋਈ ਵਹਿਮ ਭਰਮ ਸਤਿਗੁਰੂ ਕਹਿੰਦੇ ਸੋ ਨਹੀਂ ਸਕਦਾ। ਉਸ ਮਨੁੱਖ ਦੇ ਜਿਹੜਾ ਗੁਰੂ ਦੇ ਸ਼ਬਦ ਦੇ ਰਾਹੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਤੇ ਉਸ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਘਰ ਦੇ ਵਿੱਚ ਲੈ ਕੇ ਆਉਂਦਾ ਜਿਹੜਾ ਮਨੁੱਖ ਆ, ਉਹਨੂੰ ਨਾ ਕੋਈ ਕਰਮਕਾਂਡ ਨਾ ਕੋਈ ਸੂਤਕਾ ਉਸ ਮਨੁੱਖ ਨੂੰ ਸੋ ਨਹੀਂ ਸਕਦਾ। ਇਹ ਸਨ ਬਚਨ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ। ਤੇ ਕੱਲ ਨੂੰ ਆਪਾਂ ਫਿਰ ਅਗਲੇ ਸ਼ਬਦ ਦੇ ਨਾਲ ਜੁੜਾਂਗੇ। ਇੱਥੋਂ ਤੱਕ ਸਤਿਗੁਰਾਂ ਦੇ ਵਚਨ ਸਾਂਝੇ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾ ਰਹਿ ਗਈਆਂ ਹੋਣਗੀਆਂ ਜੋ ਆਪ ਜੀ ਦੇ ਧਿਆਨ ਵਿੱਚ ਆਈਆਂ ਹੋਣਗੀਆਂ।